हम मूरख तुम चतुर सियाणे, तू सर्ब कला का ज्ञाता माधो। हम ऐसे तू ऐसा, हम पापी तुम पाप खंडन। निको ठाकुर देसा। सतनाम वाहिगुरु साहिब जीओ। पातशाही दसवीं कबियो बाच बेनती चौपई। हमरी करो हाथ दे रक्षा, पूरन होए चित की इच्छा। तब चरणन मन रहे हमारा, अपना जान करो प्रतपारा। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਅੰਮ੍ਰਿਤ ਛਕਾਉਣ ਦੀ 5 ਬਾਣੀਆਂ ਵਿੱਚੋਂ ਚੌਥੀ ਬਾਣੀ ਔਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ 5 ਬਾਣੀਆਂ ਵਿੱਚੋਂ ਸਿੱਖ ਦੀ ਰੋਜ਼ਾਨਾ ਪੜ੍ਹਨ ਵਾਲੀ ਅੰਮ੍ਰਿਤ ਵੇਲੇ ਦੀ ਚੌਥੀ ਬਾਣੀ। ਇਸ ਬਾਣੀ ਦੀ ਵਿਚਾਰ ਜਿਹਦਾ ਸਿਰਲੇਖ ਹੈ ਚੌਪਈ ਸਾਹਿਬ। ਚੌਪਈ ਛੰਤ ਦਾ ਨਾਮ ਹੈ। ਚੌਪਦੀਆਂ ਨੂੰ ਮਿਲ ਕੇ ਬਣਿਆ ਹੋਇਆ ਛੰਤ, 4 ਪਦੀਆਂ ਦਾ। ਔਰ ਇਹ ਛੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਇਆ। ਇਹ ਛੰਤ ਅਸੀਂ ਪਿੱਛੇ ਜਪਜੀ ਸਾਹਿਬ ਵਿੱਚ ਵੀ ਇਹੋ ਜਿਹੀ ਕਈ ਤੁਕਾਂ ਨੇ ਜਿਹੜੀਆਂ ਚੌਪਈ ਦੀਆਂ 4 ਪਦੀਆਂ ਵਾਲੀਆਂ ਨੇ। ਸੋ 4 ਪਦੀਆਂ ਨੂੰ ਮਿਲ ਕੇ ਬਣੀ ਹੋਈ ਚੌਪਈ, 4-4 ਪਦੀਆਂ ਦੇ ਛੰਤ। ਸੋ ਆਓ ਜੀ ਇਹਦੀ ਵਿਚਾਰ ਆਰੰਭੀਏ। ਇਹ ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲੀ ਨਿੱਤ ਦੀ ਬਾਣੀ ਹੈ ਔਰ ਇਸ ਬਾਣੀ ਦਾ ਬਹੁਤ ਮਹੱਤਮ ਹੈ। ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ 108 ਸਿਮਰਤੀਆਂ ਦਾ ਜ਼ਿਕਰ ਕੀਤਾ ਗਿਆ, ਜਾਂ ਅਸੀਂ ਕਹੀਏ ਜੀ ਜੇ ਪੁਰਾਣ ਹੈਗੇ ਸਿਮਰਤੀਆਂ 27 ਸਿਮਰਤੀਆਂ ਸਾਰੀਆਂ ਸੁਣ ਕੇ ਆਈ ਜਾਂਦੀਆਂ ਨੇ। ਇਹਦੇ ਵਿੱਚ ਵੱਡੇ ਵੱਡੇ ਮਹਾਂਪੁਰਖ ਮਹਾਨ ਪੁਰਸ਼ ਆਪਣੇ ਨਾਮ ਅੱਗੇ 108 ਲਗਵਾਉਂਦੇ ਨੇ। ਔਰ ਦੂਸਰਾ ਸੀ ਪੁਰਾਣੇ ਸਮੇਂ ਤੋਂ ਜਿਹੜੀਆਂ ਤਸਬੀਹਾਂ ਫੇਰਦੇ ਹਾਂ ਜਾਂ ਮਾਲਾ ਫੇਰਦੇ ਹਾਂ, ਉਸ ਮਾਲਾ ਦੇ ਵੀ 108 ਮੰਨ ਕੇ ਗਿਣੇ ਹੋਏ ਨੇ। ਇਵੇਂ ਜਿਹੜੀ ਇਹ ਚੌਪਈ ਦੇ 27 ਪਦੇ ਨੇ, ਜੇ ਇਹਦੀ ਇੱਕ ਇੱਕ ਤੁਕ ਦੀ ਗਿਣਤੀ ਕਰੋ ਤਾਂ ਇਹ ਤੁਕਾਂ ਬਣਦੀਆਂ ਨੇ 108। ਔਰ ਪੁਰਾਤਨ ਇਹਦਾ ਮਹਾਤਮ ਜਿਹੜਾ ਦੱਸਿਆ ਗਿਆ ਸਾਡੀ ਸਿੱਖ ਸੰਪਰਦਾ ਦੇ ਵਿੱਚ, ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਸਿਮਰਨ ਦਾ ਮਹਾਤਮ ਹੈ ਕਿ ਇੱਕ ਮਾਲਾ ਨੂੰ ਫੇਰ ਲੈਣਾ 108 ਮੰਨ ਕੇ ਭਾਵ। ਪਰ ਇਹਦਾ ਇਹ ਇਕੱਲਾ ਇੰਨੇ ਤੱਕ ਸੀਮਤ ਨਹੀਂ ਹੈ। 108 ਤੁਕਾਂ ਹੈਗੀਆਂ ਇਸ 27 ਪਦਿਆਂ ਦੀਆਂ। ਔਰ ਇਸ 27 ਦੇ 27 ਪਦੇ ਨੂੰ ਸਤਿਗੁਰ ਜੀ ਨੇ ਬਿਭੌਰ ਸਾਹਿਬ ਦੀ ਧਰਤੀ ਆਨੰਦਪੁਰ ਸਾਹਿਬ ਤੋਂ ਸਿਰਫ ਚੰਦ 10-12 ਕਿਲੋਮੀਟਰ ਦੂਰ ਬੜਾ ਰਮਣੀਕ ਥਾਂ ਹੈ ਜਿਹਨੂੰ ਬਿਭੌਰ ਸਾਹਿਬ ਕਹਿੰਦੇ ਆ। ਸਤਿਗੁਰ ਜੀ ਨੇ ਜਮਨਾ ਦੇ ਕੰਢੇ ਉਸ ਰਮਣੀਕ ਥਾਂ 'ਤੇ ਸਤਿਗੁਰ ਜੀ ਨੇ ਚੌਪਈ ਸਾਹਿਬ ਜੀ ਦਾ ਸੰਬਤ 17 ਸਹਿਸ ਕਰੀਜਾ ਇਹਦਾ ਜ਼ਿਕਰ ਕੀਤਾ। ਪਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵਿੱਚ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਅਸੀਂ ਰੋਜ਼ ਪਾਠ ਸਰਵਣ ਕਰਦੇ ਹਾਂ ਸ਼ਾਮੀ ਸੋਦਰ ਦੇ। ਜਿੰਨੀ ਕੁ ਚੌਪਈ ਤੁਸੀਂ ਸਰਵਣ ਕਰਦੇ ਹੋ, ਇਹੀ ਚੌਪਈ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਿੱਤ ਦੇ ਪਾਠ ਲਈ ਹੁਕਮ ਹੈ। ਸੋ ਜਿਹੜੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਚੌਪਈ ਇੱਥੋਂ ਲੈ ਕੇ ਖੜਗ ਕੇਤ ਮੈਂ ਸ਼ਰਨ ਤਿਹਾਰੀ ਤੱਕ ਅਸੀਂ ਇਸ ਚੌਪਈ ਨੂੰ ਸਿੱਖ ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਹੀ ਪੜ੍ਹਦੇ ਹਾਂ ਅਤੇ ਵਿਚਾਰ ਰਹੇ ਹਾਂ। ਸੋ ਜੀ ਬਖਸ਼ੋ ਅਸੀਸ, ਕੋਈ ਵੀ ਰਸਨਾ ਵਿਰਵੀ ਨਾ ਰਹੇ। ਇਸ ਬਾਣੀ ਦੀ ਵਿਚਾਰ ਆਰੰਭ ਕਰੀਏ ਕਿਉਂਕਿ ਬਹੁਤ ਮਹਿਮਾ, ਬੜਾ ਮਹਾਤਮ। ਤੁਸੀਂ ਬਜ਼ੁਰਗਾਂ ਨੂੰ ਪੁੱਛੋ ਕਿ ਇਸ ਬਾਣੀ ਦਾ ਮਹਾਤਮ ਕੀ ਹੈ, ਉਹ ਦੱਸਣਗੇ ਕਿ ਦੁੱਖਾਂ ਰੋਗਾਂ ਤੋਂ ਬਚਾਉਣ ਵਾਲੀ ਬਾਣੀ ਬੜੀ ਕੰਮ ਆਉਂਦੀ ਹੈ। ਦੁਸ਼ਟਾਂ ਤੋਂ ਕਲੇਸ਼ਾਂ ਤੋਂ ਬਚਾਉਣ ਲਈ ਇਹ ਬਾਣੀ ਬਹੁਤ ਤਾਕਤਵਰ ਹੈ। ਜੇ ਆਪਣੇ ਤੁਸੀਂ ਨਿੱਜੀ ਅਨੁਭਵ ਵੀ ਵੇਖੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਇਸ ਬਾਣੀ ਦੀ ਤਾਕਤ ਦਾ ਅਹਿਸਾਸ ਹੋਏਗਾ। ਸੋ ਸਤਿਗੁਰ ਜੀ ਬਖਸ਼ਿਸ਼ ਕਰਨ, ਆਪ ਬਖਸ਼ੋ ਅਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ ਸਾਰੇ, ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ ਸਾਹਿਬ ਇਹ ਸਿਰਲੇਖ ਹੈ ਪਾਤਸ਼ਾਹੀ ਦਸਵੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਕਬਿਓ ਬਾਚ ਬੇਨਤੀ ਚੌਪਈ, ਕਬਿਓ ਕਬਿਓ ਕਹਿੰਦੇ ਕਵੀ ਦੀ ਉਚਾਰਨ ਕੀਤੀ ਹੋਈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਾਨਕ ਸਾਇਰ ਏਵ ਕਹਿਤ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਆਪ ਨੂੰ ਸ਼ਾਇਰ ਤੇ ਕਵੀ ਆਖਿਆ ਹੋਇਆ। ਕਬਿਓ ਬਾਚ ਬੇਨਤੀ ਚੌਪਈ, ਚੌਪਈ ਫਿਰ ਸਿਰਲੇਖ ਹੈ। ਹਮਰੀ ਕਰੋ ਹਾਥ ਦਾ ਰੱਛਾ, ਇਹ ਪਾਰ ਬ੍ਰਹਮ ਪਰਮੇਸ਼ਵਰ ਸਭ ਤੋਂ ਪਹਿਲੀ ਮੈਨੂੰ ਇਸ ਅਵਸਥਾ ਨੂੰ ਦ੍ਰਿੜ ਕਰਾ ਦੇ ਕਿ ਵਾਹਿਗੁਰੂ ਜੀ ਤੋਂ ਵੱਡੀ ਤਾਕਤ ਕੋਈ ਹੋਰ ਨਹੀਂ ਹੈ। ਹੁਣ ਲਫ਼ਜ਼ ਵਾਹਿਗੁਰੂ ਕਿਉਂ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਅੰਤ ਨਾਮ ਤੁਸਾਂ ਨੇ ਪੜ੍ਹੇ ਨੇ। ਰਾਮ ਵੀ ਆਇਆ, ਰਮਿਆ ਹੋਇਆ, ਹਰ ਦੇ ਵਿੱਚ ਮੌਜੂਦ ਹਰੀ ਵੀ ਆਇਆ, ਪਰਮੇਸ਼ਵਰ ਵੀ ਆਇਆ, ਮਧੂਸੂਦਨ ਵੀ ਆਇਆ, ਮਾਧੋ ਵੀ ਆਇਆ, ਮੁਰਾਰੀ ਵੀ ਆਇਆ। ਕਿੰਨੇ ਨਾਮ ਉਸ ਰੱਬ ਦੇ ਆਏ ਨੇ, ਗਿਣਨ ਬੈਠੀਏ। ਦਾਤਾ ਆਇਆ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ, ਕਿੰਨੇ ਆਏ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦ ਵਾਹਿਗੁਰੂ ਉਚਾਰਿਆ, ਕਿਉਂਕਿ ਇਹ ਨਾਮ ਪਰਮਾਤਮਾ ਦਾ ਕਿਸੇ ਗ੍ਰੰਥ ਵਿੱਚ ਮੌਜੂਦ ਨਹੀਂ ਸੀ। ਇਹ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਉਚਾਰਿਆ। ਕਿਸੇ ਗ੍ਰੰਥ ਨੂੰ ਜਾਂ ਤੁਸੀਂ ਵਾਚ ਲਓ ਜਾਂ ਕਿਸੇ ਧਰਮ ਨੂੰ ਵਾਚ ਲਓ, ਇਹ ਵਾਹਿਗੁਰੂ ਨਹੀਂ। ਪਰ ਗੁਰੂ ਨਾਨਕ ਸਾਹਿਬ ਨੇ ਧਰਮਸਾਲ, ਕਰਤਾਰਪੁਰ, ਸਤਨਾਮ, ਸਤਿਗੁਰੂ ਨਾਨਕ ਦਿਓ ਜਪਾਇਆ, ਸਤਨਾਮ ਗੁਰ ਸ਼ਬਦ ਸੁਣਾਇਆ। ਪਰ ਉਹਦੇ ਵਿੱਚ ਵਾਹਿਗੁਰੂ, ਵਾਹਿਗੁਰੂ ਜਿਹੜਾ ਸ਼ਬਦ ਹੈ, ਭਾਈ ਗੁਰਦਾਸ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜਪਿਆ ਤੇ ਜਪਾਇਆ। ਹੁਣ ਵਾਹਿਗੁਰੂ ਦਾ ਸਿਮਰਨ ਅਸੀਂ ਨਿਤ ਕਰੀਏ। ਚੌਪਈ ਉਹਦਾ ਮਤਲਬ ਹੈ ਬਾਰ-ਬਾਰ ਉਹਨੂੰ ਚੇਤੇ ਕਰਨਾ, ਉਹਨੂੰ ਧਿਆਉਣਾ। ਤੇ ਅਸੀਂ ਰੋਜ਼ ਕਿਉਂ ਕਰੀਏ ਬਈ? ਇੱਕੋ ਵਾਰੀ ਵਾਹਿਗੁਰੂ ਬੋਲੀਏ ਖਹਿੜਾ ਛੁੱਟ ਜਾਏ? ਨਹੀਂ, ਮੱਥਾ ਟੇਕਦੇ ਹਾਂ ਰੋਜ਼ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ ਰੋਜ਼ ਕਰਦੇ ਹਾਂ, ਤਾਂ ਕਿ ਸਾਡੇ ਅੰਦਰ ਭਾਵ ਪੈਦਾ ਹੋਵੇ। ਜਿਹੜੀ ਚੀਜ਼ ਨਿਰੰਤਰ ਚੱਲ ਰਹੀ ਹੈ ਉਹੀ ਜੀਵਨ ਹੈ। ਸਾਹ ਅਸੀਂ ਰੋਜ਼ ਲੈ ਰਹੇ ਹਾਂ, ਤੇ ਜਿੰਨੇ ਸਾਹ ਲੈ ਰਹੇ ਹਾਂ ਉਨੀ ਵਾਰੀ ਵਾਹਿਗੁਰੂ ਬੋਲੀਏ। ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰਿਆ ਚਿੰਤ। ਪਰ ਜੇ ਨਾ ਜਪੀਏ ਫਿਰ ਕੀ ਹੋਏਗਾ? ਫਿਰ ਇਹ ਹੋਏਗਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੱਤਾ ਮਹਿ ਜੇ ਮਰੈ। ਕਹਿੰਦੇ ਕਿ ਹਾਲ ਕੀ ਹੋਏਗਾ? ਸਰਪ ਜੋਨ ਵਲ ਵਲ ਅਵਤਰੈ। ਕਹਿੰਦੇ ਅੰਤ ਵੇਲੇ ਬੰਦਾ ਮਰਨ ਲੱਗਿਆ, ਵਾਹਿਗੁਰੂ ਚੇਤੇ ਨਹੀਂ ਆਇਆ। ਮਾਇਆ ਪੈਸੇ, ਹਾਏ ਮੇਰਾ ਪੈਸਾ, ਮੇਰਾ ਪੈਸਾ ਕਿੱਥੇ ਹੈ? ਤਿਜੋਰੀਆਂ 'ਚ ਪਿਆ, ਹਾਏ ਮੇਰਾ ਪੈਸਾ। ਕਹਿੰਦੇ ਉਹ ਫਿਰ ਕੀ ਕਰਦਾ? ਬਾਣੀ ਦਾ ਨੇਮ ਹੈ ਕਿ 84 ਲੱਖ ਜੂਨਾਂ ਦੇ ਵਿੱਚ ਫਿਰ ਉਹ ਭਟਕਦਾ, ਤੇ 84 ਲੱਖ ਜੂਨਾਂ ਵਿੱਚੋਂ ਸੱਪ ਵੀ ਜੂਨ ਹੈ। ਹੁਣ ਪੁਰਾਣੇ ਸਮਿਆਂ ਦੇ ਵਿੱਚ ਕੀ, ਤੁਸੀਂ ਮੂਵੀ ਦੇਖ ਲਓ, ਫਿਲਮਾਂ ਦੇਖ ਲਓ, ਖਾਸ ਕਰ ਸਾਡੀ ਬਾਲੀਵੁੱਡ ਮੂਵੀਜ਼ ਦੇ ਵਿੱਚ ਬੜੇ ਸਾਰੇ ਇਸ ਤਰ੍ਹਾਂ ਦੇ ਸੀਨ ਬਣਾਏ ਜਾਂਦੇ ਸੀ ਜੀ, ਫਲਾਣੀ ਥਾਂ ਤੇ ਖਜ਼ਾਨਾ ਹੈ, ਤੇ ਜਦ ਬੰਦੇ ਖਜ਼ਾਨਾ ਲੱਭਣ ਜਾਂਦੇ ਸੀ ਤੇ ਖਜ਼ਾਨੇ ਥਾਂ ਪੱਟੀ ਤੇ ਖਜ਼ਾਨੇ ਉੱਤੇ ਸੱਪ ਬੈਠੇ ਹੁੰਦੇ ਸੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਮੈਟਾਫੋਰ ਹੈ ਗੁਰਬਾਣੀ ਦਾ ਕਿ 84 ਲੱਖ ਜੂਨ ਜੇ ਰੱਬ ਦੇ ਸਿਮਰਨ ਤੋਂ ਬਿਨਾਂ ਤੂੰ ਮਾਇਆ ਲక్ష్ਮੀ ਨੂੰ ਸਿਮਰੀ ਜਾ ਰਿਹਾ, ਫਿਰ ਅਗਲੀ ਜੂਨ 'ਚ ਤੂੰ ਸੱਪ ਬਣ ਕੇ ਉਹਦੇ ਦੁਆਲੇ ਚਿੰਬੜਿਆ ਰਹੇਗਾ, ਰੱਬ ਤੈਨੂੰ ਚੇਤੇ ਨਹੀਂ ਆਏਗਾ। ਇਸੀ ਤਰ੍ਹਾਂ ਅੰਤ ਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੂਨ ਵਲ ਵਲ ਅਵਤਰੈ। ਘਰ ਖਾਲੀ ਹੋ ਜਾਂਦੇ ਤੇ ਖਾਲੀ ਘਰਾਂ ਦੇ ਵਿੱਚ ਬੰਦੇ ਕਹਿੰਦੇ ਆ ਨਾ ਜਾਈਏ ਭਾਈ, ਹੋ ਸਕਦਾ ਪ੍ਰੇਤ ਹੋਣ। ਪ੍ਰੇਤ ਕਾਲ ਖਾਲੀ ਥਾਵਾਂ ਤੇ, ਖੰਡਰਾਤ ਥਾਵਾਂ ਤੇ ਚਿੰਬੜਦੇ ਰਹਿੰਦੇ ਆ। ਇਹ ਵੀ ਮਨੋਤ ਮੰਨੀ ਜਾਂਦੀ ਹੈ। ਭਗਤ ਜੀ ਕਹਿੰਦੇ ਆ, ਕਹਿੰਦੇ ਤੂੰ ਮਰਨ ਲੱਗਿਆ ਰੱਬ ਨੂੰ ਚੇਤੇ ਨਹੀਂ ਕੀਤਾ, ਆਪਣੀਆਂ ਥਾਵਾਂ ਆਪਣੇ ਘਰਾਂ ਨੂੰ ਤੂੰ ਸਿਮਰਤੀ ਵਿੱਚ ਲੈ ਕੇ ਆਇਆ, ਇਸ ਕਰਕੇ ਮਰਨ ਲੱਗਿਆ ਤੂੰ ਫਿਰ ਪ੍ਰੇਤ ਹੀ, ਪ੍ਰੇਤਾਂ ਦੀ ਤਰ੍ਹਾਂ ਭਾਵ ਤੂੰ ਆਪਣੇ ਘਰਾਂ ਨੂੰ ਹੀ ਚਿੰਬੜ ਜਾ ਕੇ ਪ੍ਰੇਤ ਹੀ ਬਣ। ਪ੍ਰੇਤ ਵੀ ਜੂਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ। ਅੱਛਾ, ਪੱਥਰ ਵੀ ਜੂਨ ਹੈ, ਪੱਥਰਾਂ ਦਾ ਵੀ ਜ਼ਿਕਰ ਹੋਇਆ। ਪੱਥਰ ਬਣਾਏ ਨੇ, ਪੱਥਰ ਇਰੋਜ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਥਾਂ ਤੋਂ ਦੂਸਰੇ ਥਾਂ ਚਲੇ ਜਾਂਦੇ ਨੇ ਪੱਥਰ, ਪੱਥਰ ਵੀ ਜੂਨ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗਿਆ ਕਰ। ਸਖਤ ਦਿਲ ਨੂੰ ਪੱਥਰ ਆਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ। ਹਾਂ, ਮੈਂ ਅਹੰਕਾਰ ਕਰਨ ਵਾਲਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਇਸ ਤਰ੍ਹਾਂ ਕੁੱਤੇ ਦੀ ਪੂੰਛ ਤੱਕ ਕਹਿੰਦੇ ਆ, ਭਾਈ ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਗੱਲ ਮੁੱਕਦੀ ਇਹ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਬਸੈ। ਇਹ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਚੇਤੇ ਲਈ ਉਚਾਰੀ ਸੀ। 108 ਇਹਦੀਆਂ ਤੁਕਾਂ ਤਾਂ ਕਿ ਗੁਰੂ ਕੇ ਸਿੱਖਾ ਤੇਰਾ ਸਿਮਰਨ ਹੋ ਜੇ ਬ੍ਰਹਮ ਗਿਆਨਤਾ ਵਾਲਾ। ਇਸ ਬਾਣੀ ਨੂੰ ਪੜ੍ਹਿਆ ਔਰ ਨਿਤ ਹੀ ਇਸ ਬਾਣੀ ਨੂੰ ਤੂੰ ਪੜ੍ਹ। ਸੋ ਇਹ ਬਾਣੀ ਦੀ ਅਰੰਭਤਾ ਹੈ, ਹਮਰੀ ਕਰੋ ਹਾਥ ਦਾ ਰੱਛਾ। ਰੱਛਿਆ ਲਫ਼ਜ਼ ਬੜਾ ਆਮ ਹੈ, ਜਿਹਨੂੰ ਅਸੀਂ ਰੱਖਿਆ ਕਹਿੰਦੇ ਹਾਂ। ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ, ਬਾਬਾ ਬਿਖ ਦੇਖਿਆ ਸੰਸਾਰ।
मेरे प्रभु मेरी हाथ दे के रक्षा कर, चतुर्दिशा कीनो बल अपना सिर ऊपर कर धारियो, कृपा कठाक अवलोकन कीनो दास का दुख बिदारियो। ਇਹ ਬਾਣੀ ਇਹ ਸਮਝਾਉਂਦੀ ਹੈ ਕਿ ਬੰਦਿਆ ਤੇਰੇ ਦੁੱਖ ਸੁੱਖ ਤੈਨੂੰ ਪਦਾਰਥਾਂ ਨੇ ਨਹੀਂ ਦੇਣੇ, ਤੇਰੇ ਚਿੰਤਨ ਨੇ ਦੇਣੇ ਆ। ਬਾਹਰ ਤੂੰ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲੈ, ਜੇ ਤੇਰੇ ਮਨ ਦੇ ਅੰਦਰ ਸੁੱਖ ਨਹੀਂ ਵਸਿਆ ਫਿਰ ਮਹਾਰਾਜ ਕਹਿੰਦੇ ਕੋਈ ਸੁੱਖ ਨਹੀਂ ਆ। ਹੁਣ ਬੰਦਾ ਫਲ ਖਾਉਂਦਾ, ਜਾਂ ਤਾਂ ਫਲ ਬਹੁਤ ਮਿੱਠਾ ਹੋਏ ਅਤੇ ਜਾਂ ਤਾਂ ਮਨ ਵਿੱਚ ਖੁਸ਼ੀ ਹੋਏ, ਤਾਂ ਹੀ ਉਹ ਫਲ ਮਿੱਠਾ ਲੱਗੇਗਾ। ਜੇ ਕਿਸੇ ਦਾ ਵਿਛੋੜਾ ਸੁਣਿਆ ਜਾਏ, ਮਿੱਠੇ ਤੋਂ ਮਿੱਠਾ ਫਲ ਵੀ ਖਾ ਲਓ, ਮਨ ਮਿੱਠੇ ਦੇ ਵਿੱਚ ਜਾਂਦਾ ਹੀ ਨਹੀਂ ਹੈ, ਫਲ ਵੀ ਬਕਬਕਾ ਲੱਗਦਾ ਹੈ। ਇਹਦਾ ਮਤਲਬ ਪਦਾਰਥ ਸੁੱਖ ਨਹੀਂ ਦੇ ਸਕਦੇ। ਹਰ ਤਰ੍ਹਾਂ ਦੇ ਸੁੱਖ ਪਦਾਰਥ ਤੇਰੇ ਆਲੇ ਦੁਆਲੇ ਹੋਣ, ਮਨ ਦੇ ਅੰਦਰ ਚਿੰਤਾ ਹੋਏ, ਕੋਈ ਐਸੀ ਖਬਰ ਸੁਣ ਲਈ ਹੋਏ ਜਿਹੜੀ ਤੈਨੂੰ ਦੁਖੀ ਕਰੇ, ਫਿਰ ਪਦਾਰਥ ਸੁੱਖ ਕਿੱਥੋਂ ਦੇ ਦੇਣਗੇ। ਇਹਦੇ ਵਿੱਚ ਇਹ ਸਮਝਾਇਆ ਗਿਆ ਕਿ ਜੇ ਮਨ ਸੁਖੀ ਹੈ, ਮਨ ਵਿੱਚ ਰੱਬ ਹੈ, ਫਿਰ ਸਭ ਕੁਝ ਤੈਨੂੰ ਸੁੱਖ ਚੰਗਾ ਲੱਗੇਗਾ, ਫਿਰ ਤੈਨੂੰ ਸਭ ਕੁਝ ਭਾਏਗਾ। ਔਰ ਮਨ ਦੇ ਚਿੰਤਨ ਦੇ ਵਿੱਚ ਜੇ ਸੁੱਖ ਨਹੀਂ ਹੈ, ਫਿਰ ਦੁਨੀਆ ਦੇ ਪਦਾਰਥ ਤੈਨੂੰ ਸੁੱਖ ਨਹੀਂ ਦੇ ਸਕਦੇ। ਜੇ ਸੁੱਖ ਦੇਣ ਵਾਲਾ ਹੈ ਤੇ ਉਸ ਪ੍ਰਭੂ ਦੀ ਓਟ ਫੜ, ਉਹਨੂੰ ਕਹਿ ਕਿ ਮੇਰੀ ਰੱਛਾ ਕਰ ਮੇਰੇ ਵਾਹਿਗੁਰੂ, ਪੂਰਨ ਹੋਏ ਚਿੱਤ ਕੀ ਇੱਛਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਲਫ਼ਜ਼ ਦਿੱਤਾ, ਜਿਹੜਾ ਲਫ਼ਜ਼ ਕਿਸੇ ਨੇ ਨਹੀਂ ਵਰਤਿਆ ਪਰਮਾਤਮਾ ਲਈ, ਪਰਮੇਸ਼ਵਰ ਲਈ, ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਵਰਤਿਆ। ਬਾਣੀ ਦੇ ਵਿੱਚ ਵੀ ਸੱਚ ਸਾਚ ਸ੍ਰੀ ਨਿਵਾਸ ਆਦਿ, ਕਿਉਂਕਿ ਸਦਾ ਹੈ ਨਾ, ਆਦਿ ਪੁਰਖ ਆਖਿਆ ਉਹਨੂੰ ਵਾਹਿਗੁਰੂ ਨੂੰ। ਇਹਦੇ ਵਿੱਚ ਸ਼ੰਕਾ ਨਾ ਰਹਿ ਜੇ ਕੋਈ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ 4 ਤੁਕਾਂ ਵਾਹਿਗੁਰੂ ਦੀ ਲੈ ਕੇ ਅਸੀਂ ਵੱਖਰੇ ਅਰਥ ਕਰ ਦਿੰਦੇ ਆ, ਪਰ ਬਾਣੀ ਨਿਰਣਾ ਕਰ ਦਿੰਦੀ ਆ ਕਿ ਆਦਿ ਪੁਰਖ ਨੂੰ ਵਾਹਿਗੁਰੂ ਕਿਹਾ, ਸਦਾ ਤੂੰ ਹੀ, ਜਿਹਨੂੰ ਕਿਹਾ ਵਾਹਿਗੁਰੂ 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 ਵਾਹਿ ਜੀਓ, ਪੂਰਨ ਹੋਏ ਚਿੱਤ ਕੀ ਇੱਛਾ। ਹੁਣ ਚਿੱਤ ਕੀ ਇੱਛਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਪਦਾਰਥਾਂ ਨਾਲ ਨਹੀਂ ਪੂਰਨ ਹੋਣੀ। ਜੇ ਚਿੱਤ ਕੀ ਇੱਛਾ ਤੂੰ ਚਾਹੁੰਦਾ ਤੇਰਾ ਚਿੱਤ ਸੁਖੀ ਵਸੇ, ਤੇ ਚਿੱਤ ਦੀ ਇੱਛਾ ਕਿਵੇਂ ਪੂਰਨ ਹੋਏਗੀ, ਅਗਲੀ ਤੁਕ ਦੇ ਵਿੱਚ ਨਿਰਣਾ ਕੀਤਾ। ਚਿੱਤ ਦੀ ਇੱਛਾ ਪਦਾਰਥਾਂ ਦੇ ਵਿੱਚ ਰਹਿਣ ਨਾਲ ਨਹੀਂ ਹੋਏਗੀ, ਚਿੱਤ ਦੀ ਇੱਛਾ ਲਕਸ਼ਮੀ ਦੇ ਵਿੱਚ ਰੱਖਣ ਨਾਲ ਨਹੀਂ ਹੋਏਗੀ, ਚਿੱਤ ਦੀ ਇੱਛਾ ਮੰਦਰਾਂ ਦੇ ਵਿੱਚ ਰਹਿਣ ਨਾਲ ਨਹੀਂ ਹੋਏਗੀ, ਚਿੱਤ ਦੀ ਇੱਛਾ ਜਿਸ ਤਰ੍ਹਾਂ ਅੰਤਕਾਲ ਜੋ ਲੜਕੇ ਸਿਮਰੇ ਵੀ ਆਖਿਆ, ਇਹਦੇ ਵਿੱਚ ਰਹਿਣ ਨਾਲ ਨਹੀਂ ਹੋਏਗੀ। ਅੰਤਕਾਲ ਪਤਨੀ ਸਿਮਰਨ ਦਾ ਵੀ ਜ਼ਿਕਰ ਬਾਣੀ ਦੇ ਵਿੱਚ ਆਏਗਾ ਕਿ ਇਹਦੇ ਨਾਲ ਤੇਰੇ ਚਿੱਤ ਦੀ ਇੱਛਾ, ਚਿੱਤ ਦੇ ਅੰਦਰ ਸੁੱਖ ਪੈਦਾ ਨਹੀਂ ਹੋਏਗਾ। ਸੁੱਖ ਜਿਹੜਾ ਪੈਦਾ ਹੋਏਗਾ ਉਹ ਹੋਏਗਾ ਅੰਤਕਾਲ ਨਾਰਾਇਣ ਸਿਮਰੈ, ਤਵ ਚਰਨਨ ਮਨ ਰਹਿ ਹਮਾਰਾ। ਤੇਰੇ ਚਰਨਾਂ ਵਿੱਚ ਮੇਰਾ ਮਨ ਰਹੇ ਵਾਹਿਗੁਰੂ, ਆਪਣਾ ਜਾਨ ਕਰੋ ਪ੍ਰਤਪਾਰਾ। ਮੈਂ ਤੁਹਾਡਾ ਬੇਗਾਨਾ ਨਹੀਂ ਹਾਂ, ਭਾਵੇਂ ਮੈਂ ਪਤਿਤ ਹੋਇਆ ਫਿਰਿਆ, ਪਰ ਤੁਸੀਂ ਮੈਨੂੰ ਆਪਣਾ ਜਾਣ ਕੇ ਮੇਰੀ ਪ੍ਰਤਪਾਲਨਾ ਕਰੋ। ਬੜੇ ਸੁਖੈਨ ਅਰਥ ਨੇ, ਅੱਗੇ ਸਰਵਣ ਕਰੋ ਜੀ। हमरे दुष्ट सबे तुम कावो, आप हाथ दे मोहे बचावो। सुखी बसै मोरो परिवारा, सेवक सिख सबे करतारा। हमरे दुष्ट सबे तुम कावो, ਕਾਵੋ ਪੜ੍ਹ ਕੇ ਆਇਆ ਪਿੱਛੇ ਜਾਪ ਸਾਹਿਬ ਦੇ ਵਿੱਚ, ਘਾ ਦੋ, ਖਤਮ ਕਰ ਦੋ ਮੇਰੇ ਦੁੱਖਾਂ ਨੂੰ। ਇਹ ਹੁਣ ਦੁਸ਼ਟ ਕੌਣ ਨੇ? ਪਹਿਲੇ ਦੁਸ਼ਟ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਸਾਡੇ ਮਨ ਦੇ ਅੰਦਰ ਦੇ ਚੋਰ ਨੇ। ਧਨ ਜੀਓ ਤੇ ਕੋ ਜਗ ਮੈਂ, ਮੁਕਤੇ ਹਰ ਚਿਤ ਮਹਿ ਜੁਦ ਵਿਚਾਰੈ। ਔਰ ਇਸੀ ਪਦੇ ਦੀ ਆਖਰੀ ਤੁਕ ਹੈ, ਗਿਆਨ ਹੈ ਕਿ ਵੱਡਨੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬਹਾਵੈ। ਆਪਣੇ ਮਨ ਦੇ ਦੁਸ਼ਟਾਂ ਨੂੰ ਪਰੇ ਕਰ। ਪਹਿਲਾਂ ਜੇ ਮਨ ਨੂੰ ਜਿੱਤ ਲਏਗਾ ਫਿਰ ਜਗਤ ਨੂੰ ਜਿੱਤ ਲਏਗਾ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜਾ ਯੋਗ ਲਫ਼ਜ਼ ਵੀ ਆਇਆ ਨਾ, ਅਸੀਂ ਯੋਗਾ ਕਹਿ ਦਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਇਹ ਲਫ਼ਜ਼ ਯੋਗ ਹੀ ਹੈ। ਔਰ ਯੋਗ ਲਫ਼ਜ਼ ਹੀ ਪਤੰਜਲੀ ਨੇ ਵਰਤਿਆ ਸੀ। ਅਸੀਂ ਕਹਿ ਦਿੰਦੇ ਹਾਂ ਤਨ ਨੂੰ ਤੰਦਰੁਸਤ ਰੱਖਣ ਲਈ ਯੋਗਾ ਹੈ, ਮਨ ਨੂੰ ਤੰਦਰੁਸਤ ਰੱਖਣ ਲਈ ਯੋਗਾ ਹੈ, ਭੋਗਣ ਵਾਸਤੇ ਯੋਗ। ਪਤੰਜਲੀ ਨੂੰ ਪੜ੍ਹੋ, ਯੋਗ ਕਦੀ ਵੀ ਭੋਗ ਵਾਸਤੇ ਨਹੀਂ ਬਣਿਆ। ਯੋਗ ਦਾ ਮਤਲਬ ਹੈ ਰੱਬ ਦਾ ਮਿਲਾਪ। ਜਿਹਦੇ ਰਾਹੀਂ ਤੁਸੀਂ ਰੱਬ ਦਾ ਮਿਲਾਪ ਕਰੋ ਉਹਨੂੰ ਯੋਗ ਆਖਿਆ। ਪਰ ਅਸੀਂ ਜੇ ਭੋਗਾਂ ਵਾਸਤੇ ਯੋਗ ਕਰਾਂਗੇ ਤਾਂ ਵੀ ਪ੍ਰਵਾਨ ਨਹੀਂ ਹੈ। ਜੇ ਇੱਥੇ ਅਸੀਂ ਕਹਿ ਦਈਏ ਸਾਡੇ ਦੁਸ਼ਟ ਨਹੀਂ ਜੀ, ਸਾਡੇ ਗੁਆਂਢੀ ਦੁਸ਼ਮਣ ਨੇ, ਫਿਰ ਤੇ ਗੱਲ ਭੋਗਾਂ ਵਾਲੀ ਆ ਗਈ ਨਾ। ਸਭ ਤੋਂ ਵੱਡੇ ਦੁਸ਼ਟ ਜਿਹੜੇ ਨੇ ਸਾਡੇ ਮਨ ਦੇ ਵੈਰੀ ਨੇ। ਇਹ ਇਸ ਦੇਹੀ ਅੰਦਰ ਪੰਜ ਚੋਰ ਵਸੈਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਸ ਬਾਣੀ ਨੂੰ ਕਦੀ ਕਿਸੇ ਤੇ ਲਾ ਕੇ ਨਹੀਂ ਪੜ੍ਹਨਾ। ਇਹ ਕੋਈ ਕਾਲਾ ਇਲਮ ਨਹੀਂ ਹੈ ਕਿ ਨਹੀਂ ਜੀ ਇਹ ਕਾਲਾ ਇਲਮ ਹੈ, ਇਹਨੂੰ ਪੜ੍ਹ ਕੇ ਦੁਸ਼ਟਾਂ ਨੂੰ ਮਾਰਨ ਦੀ ਗੱਲ ਕੀਤੀ ਹੈ। ਕਿਥੇ ਮਨ 'ਚ ਇਹ ਖਿਆਲ ਵੀ ਨਾ ਆਏ। ਇੱਥੇ ਵਿਕਾਰਾਂ ਨੂੰ ਹੀ ਦੁਸ਼ਟ ਆਖਿਆ। ਮਹਾਰਾਜ ਕਹਿੰਦੇ ਹਮਰੇ ਦੁਸ਼ਟ ਸਬੈ ਤੁਮ ਘਾਵੋ, ਅੰਦਰ ਵੈਰੀਆਂ ਨੂੰ ਖਤਮ ਕਰੋ, ਆਪ ਹਾਥ ਦੈ ਮੋਹਿ ਬਚਾਵੋ। ਹੱਥ ਦੇ ਕੇ ਮੇਰਾ ਹੀ ਹਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ
मेरा माथा जन्म जन्म के किल बिख दुख उतरे गुरनाम दी ओर इन लाथा। मैनू हाथ दे के बचाओ जी, सुखी बसै मोरो परिवार। नाल मेरा परिवार भी सुखी बसे, अंदर भी परिवार ते बाहर दा वाला परिवार भी। जिस तरह महाराष्ट्री दा लफ्ज़ है ना कुटुंब, एक कुटुंब तू जे देखदा चलै नाही तेरा। पर महाराज कहंदे पवित होए से जना जिनी हर ध्याया पवित होए गुरमुख जिनी ध्याया। पवित माता पिता कुटुंब सहित स्यों गुरमुख सारे कहंदे सारे पवित्र हो गए। माता पिता कुटुंब सहित स्यों कहंदे जिदे मन विच वस गया वो पवित्र हो गया। मेरा परिवार भी सुखी बसे, सेवक सिख सबै करतारा। गुरु पातशाह जी कहंदे मेरे जिहड़े सिख सेवक ने वो सदा ही तेरी रक्षा दे विच रहन। सेवक सिख सबै, सबै दा मतलब सारी, जिन्ने मेरे सेवक ते सिख ने करतार तुसी उन्हां दी रखिया करो जी। मोर अच्छा निज कर दे करे, सब बैरन को आज संघर है। पूरन होए हमारी आशा, तोर भजन की रहे प्यासा। मोर अच्छा निज कर दे करिया, करिया दा मतलब है करो, मेरी रक्षा निज करके अपना जान के करो। मैं बेगाना नहीं हाँ वाहिगुरू, भावें मेरे कर्म जेड़े ने ना वो मैनू तुहाडे तो बेगाना करी बैठे ने। नारायण निंदस काए भूली गवारी, दुकृत सुकृत थारो करमरी। ਜਿਹੜੇ ਕਰਮ ਕੀਤੇ ਨੇ ਸਾਡੇ, ਅਸੀਂ ਮਨਮੁੱਖਾਂ ਵਾਲੇ ਦੁਹਾਗਣਾ ਵਾਲੇ ਕਰਮ ਕਰੀ ਫਿਰਦੇ ਹਾਂ, ਉਹ ਸਾਨੂੰ ਤੁਹਾਡੇ ਤੋਂ ਓਪਰਾ ਕਰੀ ਫਿਰਦੇ ਨੇ। ਪਰ ਵਾਹਿਗੁਰੂ ਤੁਹਾਡਾ ਬਿਰਧ ਵੱਡਾ ਹੈ, ਤੁਸੀਂ ਸਾਨੂੰ ਓਪਰੇ ਕਰਕੇ ਨਹੀਂ ਆਪਣਾ ਬਣਾ ਕੇ, ਆਪਣਾ ਕਰਕੇ ਤੁਸੀਂ ਮੋਰ ਅੱਛਾ ਨਿਜ, ਨਿਜ ਦਾ ਮਤਲਬ ਆਪਣਾ ਕਰਕੇ। ਮੋਰ ਅੱਛਾ ਨਿਜ ਕਰਦਾ ਕਰਿਆ, ਕਰਿਆ ਲਫ਼ਜ਼ ਵੈ ਕਰੀਆ ਨਹੀਂ ਹੈ, ਕਰਿਆ ਕਰਿਆ। ਸਭ ਬੈਰਨ ਕੋ ਆਜ ਸੰਘਰਿਆ, ਜਿੰਨੇ ਵੈਰੀ ਨੇ, जिन्ने बैरी ने। इत्थे जिहड़ा बैरन लफ्ज़ आया वो वैरियां लई आया, बंदगी करन वालियां नूं वैरी। वो जिहड़ा लफ्ज़ सी वो अंदर दे पंज विकारां दा लई सी। ये जिहड़ा वैर ये बाहर दे वैरियां लई वरतिया। जिहड़े बाहरों वैरी, हुण भगतां दे सारी वैरी होए ने। भगत नामदेव दे वैरी होए ने इस समय दे, कबीर साहब दे वैरी होए ने, रविदास दे वैरी होए ने, गुरु गोबिंद सिंह दे कौन वैरी नहीं होया। 52 राजे वैरी हो गए, पहाड़ी राजे वाहिगुरू वैरी हो गए, औरंगजेब वैरी हो गया, कौन नहीं, बाबियां दे बाबर के वैरी हो गए। ये सारे वैरन का जिक्र है, दुश्मनों का जिक्र है, जिहड़े भैड़ी बिरती रख के आउंदे। ताइयों गुरु रामदास जी कहंदे जिवें 32 दंदां दी कैंचियां दे विच जुबान सलामत है, इवें भगती करन वाला जिहड़ा रब दी ओट लैंदा वो रब उहनूं इवें बचाउंदा जिवें 32 दंदां दी कैंचियां विच जुबान दा टुकड़ा बच जांदा है। सब बैरन को आज, आज दा मतलब तत्काल, हुणे ही, हुणे दे हुणे संघार तू खत्म कर। पूर्ण होए हमारी आसा, मेरे मन की आस पूर्ण करो वाहिगुरू जी। ते आस केड़ी है? दुनिया के पदार्थों की। फिर मैं बेनती करदा, गुरु गोबिंद सिंह साहब कहते हैं दुनिया के पदार्थ सुख देने वाले नहीं ने, पदार्थों विचों सुख नहीं मिलना, सुख है चित्त विच वाहिगुरू दा वस जाना। जे असी कहिए नहीं जी पदार्थों का सुख नहीं, सुख है चित्त का। जे चित्त विच तोर भजन की रह प्यासा, साडे मन की जिहड़ी आस है वो तेरे भजन की प्यास सदा ही मन के अंदर बनी रहे जी। तुम्हें छाड़ कोई अवर ना ध्याऊं, जो बर चाहूं सो तुम ते पाऊं। सेवक सिख हमारे तारिय हैं, चुन चुन सत्र हमारे मारिय हैं। तुम्हें छाड़ कोई अवर ना ध्याऊं, हुण ये खालसे की परिभाषा है। इनू खालसे की परिभाषा क्या? जागत जोत जबै निसबासुर, एक बिना मन नैक ना आना। पूर्ण प्रेम प्रतीत सजै, व्रत गोर मणि मट भूल ना मानै। तीर्थ दान दया तप संयम, एक बिना न है एक पछानै। पूर्ण जोत जगह घट मैं, तुम्हें छाड़ कोई अवर ना ध्याऊं। पूर्ण जोत जगह घट मैं, तब खालस ताहे न खालस जानो। तेरे तो बिना नहीं मैं पत्थरे प्रथम जिहड़ा गुरु अर्जुन साहब का बचन है, प्रथमे मता जे पत्री चलाऊं, द्वितीय मता दोई मानक पहुँचाऊं, तृतीय मता कछ करूँ उपाया। मैं सबके छोड़ प्रभ तू ही त्याया। कि तेरे तो बिना वाहिगुरू मैं किसी होर पासे ना जावां, किसी होर दा सिमरना शुरू करदा। मैं तेरा चिंतन मेरे अंदर रहे, तुम्हें छाड़ कोई अवर ना ध्याऊं। ये अरदास है, जो बर चाहूँ सो तुम ते पाऊँ।
मैनू जो वर चाहिदा मैं तुहाडे कोल मंगण आवां, मैं होर किसी कोल ना जावां, यही मैं अरदास करदा। जो मैं मंगां तुसीं मेरी मन की इच्छा पूर्ण करो, बाहरी भी ते अंदर भी। जो वर मैं तुहाडे तो मंगां तुसीं पूर्ण करो। सेवक सिख हमारे तारी हैं। महाराज गुरु गोबिंद सिंह साहब कहंदे हमारे सिखां नूं तारो तुसीं। हमारा लफ्ज़ हिंदी दा है, चुन चुन छत्र हमारे मारी हैं, छत्रां नूं चुन चुन के खत्म करो जी। आप हाथ दे मुझे उबरे, मरण काल का त्रास निवरे। हु जो सदा हमारे पच्छा, श्री अस तुझ जू करियो रच्छा। आप हाथ है। हुण छत्रां दी गल आएगी तो फिर तुसीं कहोगे, क्योंकि हुण इत्थे रब की जिहड़ी परिभाषा कीती है ना, श्री अस तुझ कीती है, ये कईयां तो बर्दाश्त नहीं हुई तो कईयां ने बर्दाश्त भी नहीं की। सच्चे पातशाह जी कहते आप हाथ है मुझे उबरी है, अपना हाथ दे के वाहिगुरू मैनू इस भव सागर तो उबार लै। लोभ लहर अत नीजर बाजै, काया डूबै केसवा, संसार समुंदे तार गोबिंदे। ਇਹਨੂੰ ਤੇ ਮਹਾਰਾਜ जी ਕਹਿੰਦੇ ਮੈਨੂੰ बचा लै, तार ले बाप बाहां दे बाप, तार ले बाप बीठला, मैनू बचा लै, मैनू बचाउण वाला तू है। आप हाथ दै मुझे उबरिया, मरण काल का त्रास निवरिया। त्रास कहते डर, मेरे मन के अंदरों मरण का डर कढ़ दी बस। दुनिया का ये सब तो वड्डा डर है जिहड़ा है मौत का। मौत का डर सब नूं सताई बैठा है, कोई नहीं बचिया मौत के डर तो। इस करके ये अरदास है वाहिगुरू जे कुछ खत्म करना मेरे अंदरों, त्रास कहते डर नूं, भाव नूं, मरण काल का, काल का, मौत का डर मेरे अंदर ना होए। मेरे अंदर ये भावना होए, पहला मरण कबूल जीवन की छड़ियास, हाँ सबन की रेणका ताओ आओ हमारे पास। जहाँ जाओ तो प्रेम खिलन का। थोड़ी जी आवाज़ घटाओ। मेरे मन के अंदर मरण का डर ना होए, मरण काल का त्रास ने वरिया। हू जो सदा हमारे पच्छा, वाहिगुरू तू मेरे वाल ही रह, सदा मेरे वाल हुई। हुण असीं शब्द पढ़ते हैं, जा तू मेरा वल है तां क्या मोह छंदा, तुद सब किछ मैनू सौंपिया जां तेरा बंदा। एक पदा बड़ा विस्तार वाला है इस बाणी का। वाहिगुरू तू पच्छा का मतलब मेरे पिछे, मेरे हक वल, मेरे वल रही तू, मेरी पिठ ना लगन दे। गुरु गोबिंद सिंह साहब कहते जिदे उत्ते दयालु प्रभु दयावंत हो जाए फिर उहदे पक्ष ही रहिंदा। असीं बाणी च क्यों नहीं पढ़ते, जाम गुरु होए बल धनै क्या गारब दीजै, जाम गुरु होए वल लख बाहें क्या कीजै, जाम गुरु होए वल ज्ञान अर ध्यान अनन पर, जाम गुरु होए वल शब्द साखी सो सच्चो घर। जो गुरु गुरु अहनस जपै दास भट बेनत कह, जो गुरु नाम रिद मैं धरै सु जन्म मरण दोहूं ठहरा। हुण ये है कि तू मेरा पक्ष नहीं, इस करके हू जो सदा हमारे पच्छा, मेरे पासे रही वाहिगुरू। श्री अस्तुज जू करियो रच्छा। अस्तुज का मतलब, अस का मतलब, तुझ का मतलब वखरा वखरा है। तुझ का मतलब है झंडा, अस का मतलब है शस्त्र। वाहिगुरू गुरु गोबिंद सिंह महाराज जी कहते वाहिगुरू जी का झंडा जिहड़ा है ना वो शस्त्रां के निशान वाला है। यदा मतलब जित की निशानी वाला है, सूरमियां वाला है। कि उस उहदा जिहड़ा अस्तुज है, उहदा जिहड़ा ध्वज है धर्म का, वो खंडे वाला है। उहदे निशान उहदे झंडियां ते खंडे ते तेग होंदी है। अस किरपान खंडो खड़ग जिहड़ा अस पढ़ते हैं, अस खंडे नूं आख्या गया, शस्त्र नूं आख्या गया। हुण गांधी ने यही कहा सी गुरु गोबिंद सिंह साहब बारे कि जी वो भुल्लड़ गुरु है। फिर उस वेले गंगा सिंह ने फड़ ली सी धौन गांधी दी। गांधी नूं कहा सी तू गुरु गोबिंद सिंह साहब नूं भुल्लड़ किवें कहना। सीधी जी गल है, इतिहास का जिक्र है महात्मा गांधी का। गंगा सिंह ने कहा सी दस की कारण है भुल्लड़ क्यों क्या गुरु नूं। कहंदे जी शस्त्र चक ले। तो फिर महात्मा गांधी कोल सदा गीता होंदी सी। तो फिर उस वेले गंगा सिंह ने कहा आ जे जो तू फड़ी फिरदा ये की है। कहंदे ये की है। कहंदे जिस अर्जुन ने शस्त्र चकते सी, इसी गीता नूं सुन के कृष्ण जी वल्लों उसी अर्जुन ने फिर शस्त्र चुके सन। जिस गीता नूं तू चक्की फिरदा वो तो शस्त्रां दी गल करदा है, तो तू शस्त्रां करके गुरु गोबिंद सिंह लई माड़ा वरत लफ्ज़ माफ़ी मंगवाई सी। और इस करके गुरु गोबिंद सिंह साहब कहते हैं कि गुरु के सिख के अंदर जिहड़ी भावना है, क्योंकि ये जिहड़े जरवाणे की पच्छिया लई है। जरवाणा कहते दुश्मन भैड़ा, भैड़ी बिरती लैके आएगा, वह सिर दलन मलन दी है।
ਤੇ ਜਿਹੜਾ ਗਰੀਬੜਾ ਆਏਗਾ ਉਹਦੀ ਰੱਛਾ ਕਰਨ ਲਈ ਹੈ। ਇਸ ਕਰਕੇ ਇਹ ਖੰਡਾ ਹੈ ਰੱਬ ਤੇਰੇ ਨਿਸ਼ਾਨ ਦੇ ਵਿੱਚ। ਇਸ ਕਰਕੇ ਸ਼੍ਰੀ ਅਸਤੁਜ ਜਿਹਦਾ ਧਰਮ ਦਾ ਨਿਸ਼ਾਨ ਖੰਡੇ ਵਾਲਾ ਹੈ, ਜੂ ਕਰਿਓ ਰੱਛਾ, ਉਹ ਮੇਰੀ ਰੱਛਾ ਕਰੇਗਾ, ਉਹ ਸਦਾ ਹੀ ਸਭ ਦੀ ਰੱਛਾ ਕਰਨ ਵਾਲਾ ਹੈ ਜੀ। ਇੱਥੇ ਸਮੇਂ ਦੀ ਸਮਾਪਤੀ ਹੈ ਜੀ। ਗੁਰੂ ਬਖਸ਼ੀ ਫਤਿਹ ਸਾਂਝੀ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।